शिवसेना इंडिया के राष्ट्रीय अध्यक्ष पवन गुप्ता ने कहा कि डीजीपी को कॉमरेड बलबीर, डेरा प्रेमी हनी महाजन को मिल रही धमकियों के बारे में कोई जानकारी ही नहीं मिली थी, जबकि इन लोगों की जान पहले से ही खतरे में बताई जा रही है। शिवसेना जिंदाबाद जिंदाबाद जिंदाबाद, शिवसेना हिंदुस्तान जिंदाबाद जिंदाबाद जिंदाबाद, शेरे हिंद श्री पवन गुप्ता जी जिंदाबाद जिंदाबाद जिंदाबाद, शेरे हिंद श्री पवन गुप्ता जी जिंदाबाद जिंदाबाद जिंदाबाद। सूबा पद्धरी ਜਿਹੜੇ ਬਹੁਤ ਮੀਟਿੰਗ ਦਾ ਮੇਨ ਏਜੰਡਾ ਸੀ ਇੱਕ ਤਾਂ ਸੰਗਠਨ ਨੂੰ ਜਿਹੜੀਆਂ ਨਗਰ ਪਾਲਿਕਾ ਦੀਆਂ ਚੋਣਾਂ ਆ ਰਹੀਆਂ ਉਹਦੇ ਲਈ ਸੰਗਠਿਤ ਕਰਨਾ, ਉਹਨਾਂ ਨੂੰ ਮੋਟੀਵੇਟ ਕਰਨਾ, ਔਰ ਦੂਸਰਾ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਆਤੰਕਵਾਦੀ ਘਟਨਾਵਾਂ ਵੱਧ ਰਹੀਆਂ ਉੱਤੇ ਸ਼ਿਵ ਸੈਨਾ ਨੇ ਵਿਚਾਰ ਵਟਾਂਦਰਾ ਕੀਤਾ ਔਰ ਅਸੀਂ ਇਹ ਪਾਇਆ ਹੈਗਾ ਕਿ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਹੱਤਿਆ ਹੋ ਰਹੀਆਂ ਉਹ ਖਾਲਿਸਤਾਨੀ ਅੱਤਵਾਦੀਆਂ ਦੇ ਪੁਨਰਗਠਨ ਕਰਕੇ ਨਵੀਂ ਰਣਨੀਤੀ ਬਣਾ ਕੇ ਗੈਂਗਸਟਰਾਂ ਨਾਲ ਮਿਲ ਕੇ ਮਾਰਿਆ ਜਾ ਰਿਹਾ। ਤਿੰਨ ਜਿਹੜੀਆਂ ਪ੍ਰਮੁੱਖ ਘਟਨਾਵਾਂ ਹੋਈਆਂ ਉਹਦੇ ਵਿੱਚ ਪੁਲਿਸ ਨੇ ਨਿੱਜੀ ਰੰਜਿਸ਼ ਦੱਸਿਆ, ਪਰ ਲੇਕਿਨ ਉਹ ਗੈਂਗਸਟਰ ਖਾਲਿਸਤਾਨੀ ਅੱਤਵਾਦੀਆਂ ਨਾਲ ਮਿਲ ਕੇ ਉਹਨਾਂ ਨੇ ਹੱਤਿਆ ਕੀਤੀ ਹੈ। सर की वजह मानते हो तुसीं एक इलैक्शन की गल करिए तो जी विधान सभा की इलैक्शन बनी है उस शिवसेना जी नहीं हिस्सा लैंदी, पर हुण नगर निगम दी चोणां नहीं पता नहीं तुसीं किहड़ी शिव सेना की गल कर रहे हो। जिहड़ी साडी शिव सेना हिंदुस्तान है वो लंबे समय तो जिन्नी विधान सभा, लोक सभा, नगर पालिका, नगर निगम दी चोणां आईयां ਅਸੀਂ ਤਕਰੀਬਨ ਆਪਣੀ क्षमता अनुसार ਉਹਦੇ 'ਚ ਹਿੱਸਾ ਲਿਆ। ਸਾਡੀ ਜਿਹੜੀ ਵੋਟ ਰੇਸ਼ੋ ਰਹੀ ਹੈ ਉਹ 0.099 ਤੱਕ ਅਸੀਂ ਗਏ ਹਾਂ ਵੋਟ ਪ੍ਰਤੀਸ਼ਤ ਤੇ, ਔਰ ਜਿਹੜੀ ਸਾਡੀ ਪਾਰਟੀ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਰਜਿਸਟਰਡ ਪਾਰਟੀ ਹੈ ਜਿਹਨੂੰ ਅਸੀਂ ਹਿੰਦੁਸਤਾਨ ਸ਼ਕਤੀ ਸੈਨਾ ਦੇ ਬੈਨਰ ਥੱਲੇ ਅਸੀਂ ਲੜਦੇ ਹਾਂ। एक तो सिक्योरिटी वापस लैके जी गल की सिक्योरिटी वापस ली जा रही है शिवसेना नेतावां की, पर किते ना किते टारगेट दिता गया कि कुछ साडे विच लोग ने जिहड़े इन्हां चीज़ां नूं खराब करदे। देखो ਅਸੀਂ ਜਿਹੜੀ ਗੱਲ ਕਹੀ ਹੈ ਵੀ ਜਦੋਂ ਅਸੀਂ ਡਿਫਰ ਓਪੀਨੀਅਨ ਗਏ ਆ ਸਰਕਾਰ ਨਾਲ, ਅਸੀਂ ਡਿਫਰ ਓਪੀਨੀਅਨ ਗਏ ਆ ਡੀਜੀਪੀ ਜਿਹੜੇ ਪੰਜਾਬ ਪੁਲਿਸ ਆਏ ਉਹਨਾਂ ਦੀ ਜਿਹੜੀ ਵਰਕਿੰਗ ਆਫ ਸਟਾਈਲ ਸੀ ਉਹਦੇ ਤੋਂ ਅਸੀਂ ਡਿਫਰ ਹੋਏ। ਅਸੀਂ ਦੱਸਿਆ ਕਿ ਉਹ ਜਿਹੜੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਹਨਾਂ ਦੇ ਜਿਹੜੇ ਪਹਿਲੇ ਡੀਜੀਪੀ ਸੀ ਉਹ ਸਾਰੀਆਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਸੀ, ਨੈਗੋਸ਼ੀਏਟ ਕਰਦੇ ਸੀ, ਮਿਲਦੇ ਸੀ, ਪਰ ਦਿਨਕਰ ਗੁਪਤਾ ਮਿਲਣਾ ਵੀ ਪਸੰਦ ਨਹੀਂ ਕਰਦੇ ਔਰ ਗੱਲਬਾਤ ਸੁਣਨਾ ਨਹੀਂ ਪਸੰਦ ਕਰਦੇ। ਔਰ ਜਿਹੜੀ ਅਸੀਂ ਕੁਝ ਗੱਲ ਦੱਸ ਰਹੇ ਹਾਂ ਉਹਨੂੰ ਨਜ਼ਰਅੰਦਾਜ਼ ਕੀਤਾ। ਉਹਦਾ ਨਤੀਜਾ ਇਹ ਨਿਕਲਿਆ ਜਿਵੇਂ ਸਾਡੇ ਹਨੀ ਮਹਾਜਨ ਹੈ ਉਹ ਉੱਤਰ ਭਾਰਤ ਦੇ ਯੂਥ ਦੇ ਪ੍ਰੈਜ਼ੀਡੈਂਟ ਸੀਗੇ ਹੈਗੇ। ਅਸੀਂ ਜਦੋਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਅਸੀਂ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਨਾਂ ਨੂੰ ਸਿਕਿਉਰਿਟੀ ਦੇ ਮੱਦੇਨਜ਼ਰ ਇਹਨਾਂ ਦੀ ਸਿਕਿਉਰਿਟੀ ਰੀਸਟੋਰ ਕੀਤੀ ਜਾਏ ਕਿਉਂਕਿ ਇਹ ਥ੍ਰੈਟ 'ਚ ਹੈ। ਤਾਂ ਉਹਨਾਂ ਦਾ ਕਹਿਣਾ ਸੀ ਸਾਡੀ ਜਿਹੜੀ ਇੰਟੈਲੀਜੈਂਸ ਇਨਪੁਟ ਹੈ ਇਹਨਾਂ ਨੂੰ ਕੋਈ ਥ੍ਰੈਟ ਨਹੀਂ, ਔਰ ਉਹਦੇ 5 ਦਿਨਾਂ ਬਾਅਦ ਇਹਨਾਂ ਤੇ ਹਮਲਾ ਹੋ ਜਾਂਦਾ। तो असी डीजीपी दिनकर गुप्ता की वर्किंग स्टाइल से मैंने प्रश्न चुक्या, मैंने मांग की भी जो एक बंदे की हत्या होगी, गोली चलाती हत्या करने लिए उन्होंने एक साथी मारा गया, तो अजे डीजीपी तो 120 का मुकदमा दर्ज होना चाहिए। तो उस चीज़ तो चिड़ के इन्होंने कोरोना के साड़ी सिक्योरिटी वापस ली, कृष्ण शर्मा जी की सिक्योरिटी वापस ली, संजीव देव है पंजाब प्रधान इन्हों की वापस ली, पर जेड़े जिन्नी की सिक्योरिटी की जरूरत है सियासी पार्टियां भी इस चीज़ को लैके एग्री कर रही ने, कहते कि जिन्नी की अब किन्नी की जरूरत है। विक्रम मजीठिया की सिक्योरिटी जा रही है, सरकार चिंतित हो गई। ਅਸੀਂ ਅੱਤਵਾਦ ਦੇ ਖਿਲਾਫ ਲੜ ਰਹੇ, ਸਾਡੀ ਕੋਈ ਚਿੰਤਾ ਨਹੀਂ ਹੈ। ਤੇ ਪੰਜਾਬ 'ਚ ਸਾਡੀ ਪਾਰਟੀ ਦੇ ਲੀਡਰਾਂ ਨੂੰ ਛੱਡ ਕੇ ਬਾਕੀ ਕਿਸੇ ਪਾਰਟੀ ਦੇ ਲੀਡਰ ਦੀ ਸਿਕਿਉਰਿਟੀ ਵਿਡਰਾ ਨਹੀਂ ਕੀਤੀ ਗਈ, ਚਾਹੇ ਉਹ ਕੋਈ ਵੀ ਸ਼ਿਵ ਸੈਨਾ ਹੋਵੇ। ਯਾਨੀ ਕਿ ਤੁਹਾਨੂੰ ਜਾਂ ਤਾਂ ਜਿਹੜੇ ਗੈਂਗਸਟਰ ਹੈ ਅੱਤਵਾਦੀ ਉਹਨਾਂ ਨੇ ਐਫੀਡੇਵਿਟ ਦਿੱਤਾ ਕਿ ਇਹਨਾਂ ਨੂੰ ਨਹੀਂ ਮਾਰਾਂਗੇ, ਔਰ ਜੇ ਐਸੀ ਗੱਲ ਹੈ ਤਾਂ ਵੀ ਤੁਸੀਂ ਸਾਨੂੰ ਇਨਸ਼ੋਰ ਕਰੋ ਵੀ ਜੇ ਤੁਹਾਡਾ ਕੋਈ ਬੰਦਾ ਮਰੇਗਾ ਜਾਂ ਜ਼ਖਮੀ ਹੋਏਗਾ ਜਾਂ ਅੱਤਵਾਦੀ ਦਾ ਸ਼ਿਕਾਰ ਹੋਏਗਾ ਤਾਂ ਅਸੀਂ ਜ਼ਿੰਮੇਵਾਰ ਹਾਂ। ਹਨੀ ਮਹਾਜਨ ਦੇ ਉੱਤੇ ਜਦੋਂ ਹਮਲਾ ਹੋਇਆ ਤੁਸੀਂ ਕਹਿ ਰਹੇ ਸੀ ਇੰਟੈਲੀਜੈਂਸ ਇਨਪੁਟ ਨਹੀਂ ਹੈ, ਕਾਮਰੇਡ ਬਲਵਿੰਦਰ ਸਿੰਘ ਤੇ ਹਮਲਾ ਹੋਇਆ, ਕਿਹੜੀ ਇੰਟੈਲੀਜੈਂਸ ਨੇ ਤੁਹਾਨੂੰ ਦੱਸਿਆ ਕਿ ਇੱਕ ਬੰਦਾ 100 ਵਾਰ ਅੱਤਵਾਦੀਆਂ ਦਾ ਮੁਕਾਬਲਾ ਕਰਦਾ ਹੈ ਔਰ ਉਸ ਨੂੰ ਨਾਗਰਿਕਤਾ ਦਾ ਸਹੁਰੇ ਚੱਕਰ ਪ੍ਰਦਾਨ ਕੀਤਾ ਗਿਆ, ਉਹਦੀ ਸਿਕਿਉਰਿਟੀ ਤੁਸੀਂ ਦੇ ਨਹੀਂ ਸਕਦੇ। ਔਰ ਜਿਹੜੇ ਤੁਹਾਡੇ ਚਾਟੂਕਾਰ ਲੋਕ ਆ ਜਿਹੜੇ ਤੁਹਾਡੇ ਹਾਂ ਚਾਰ ਲਾਉਂਦੇ ਆ ਉਹਨਾਂ ਨੂੰ ਤੁਸੀਂ ਬਲੈਕ ਕਮਾਂਡੋ ਦੇ ਰਹੇ ਹੋ, ਉਹ ਤੁਹਾਡੇ ਘਰ ਤੋਂ ਆ ਰਿਹਾ ਖਰਚਾ। ਔਰ ਜੇ ਅਸੀਂ ਸਟੇਟ ਲਈ ਲੜ ਰਹੇ, ਅਸੀਂ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਲੜ ਰਹੇ, ਉੱਥੇ ਤੁਹਾਨੂੰ ਖਰਚਾ ਨਜ਼ਰ ਆ ਰਿਹਾ ਔਰ ਸਾਡੇ ਪ੍ਰਤੀ ਸਿਕਿਉਰਿਟੀ 'ਚ ਖਰਚਾ ਆ ਰਿਹਾ। ਸਰ ਡੇਰਾ ਪ੍ਰੇਮੀਆਂ ਦਾ ਜਿਹੜਾ ਲਗਾਤਾਰ ਹੁਣ ਵਿਵਾਦ ਚੱਲ ਰਿਹਾ ਉਹ ਧਰਨਾ ਲਗਾ ਕੇ ਬੈਠੇ ਨੇ, ਹੱਤਿਆ ਹੋਈ ਉਸ ਨੂੰ ਲੈ ਕੇ ਤੁਹਾਡੇ ਬਿਲਕੁਲ ਉਹ ਵਿਵਾਦ ਸਹੀ ਹੈ ਵੀ ਜਦੋਂ ਤੁਹਾਨੂੰ ਪਤਾ ਹੈ ਵੀ ਇਹ ਬੰਦੇ ਹਿੱਟ ਲਿਸਟ 'ਚ ਹੈ,
ਜਦੋਂ ਅਹਿਮਦਗੜ੍ਹ ਮੰਡੀ ਦੇ ਵਿੱਚ ਇੱਕ ਡੇਰਾ ਪ੍ਰੇਮੀ ਮਾਰਿਆ ਗਿਆ ਸੀਗਾ, ਉਹਨਾਂ ਨੇ ਉਸ ਟਾਈਮ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਸਾਰੀ ਸਿਕਿਉਰਿਟੀ ਦੀ ਰਚਨਾ ਕੀਤੀ ਔਰ ਸਾਰੇ ਡੇਰਾ ਪ੍ਰੇਮੀਆਂ ਨੂੰ ਸਿਕਿਉਰਿਟੀ ਦਿੱਤੀ। ਤਾਂ ਤੁਸੀਂ ਕਿਉਂ ਨਹੀਂ ਰਿਵਿਊ? ਇਹੀ ਤਾਂ ਅਸੀਂ ਨਿੰਦਾ ਕਰ ਰਹੇ ਹਾਂ ਕਿ ਡੀਜੀਪੀ ਦਿਨਕਰ ਗੁਪਤਾ ਏਸੀ ਰੂਮ 'ਚ ਬੈਠ ਕੇ ਪਾਲਿਸੀ ਬਣਾ ਰਹੇ ਹੈ। ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਬੰਦੇ ਹਿੱਟ ਲਿਸਟ 'ਚ ਹੈ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਾਮਰੇਡ ਬਲਵਿੰਦਰ ਸਿੰਘ, ਜਿਹਨੂੰ ਦੇਸ਼ ਮੰਨ ਰਿਹਾ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ ਤੇ ਸੀਗਾ, ਜਿਹਨੂੰ ਦੇਸ਼ ਨੇ ਸਹੁਰੇ ਚੱਕਰ ਪ੍ਰਦਾਨ ਕੀਤਾ, ਉਹਦੀ ਸਿਕਿਉਰਿਟੀ ਲਈ ਤੇਰੇ ਕੋਲ ਫੋਰਸ ਨਹੀਂ ਹੈ, ਉਹਦੇ ਲਈ ਤੇਰੇ ਕੋਲ ਫੋਰਸ ਨਹੀਂ ਹੈ। ਔਰ ਜਿਹੜੇ ਕਾਂਗਰਸੀ ਛੋਟੇ ਛੋਟੇ ਲੀਡਰ ਹੈ ਉਹਨਾਂ ਨੂੰ ਬਲੈਕ ਕੈਟ ਕਮਾਂਡੋ, ਔਰ ਜਿਹੜੇ ਦੂਸਰੇ ਲੀਡਰ ਹੈ ਉਹਨਾਂ ਨੂੰ ਬਲੈਕ ਕੈਟ ਕਮਾਂਡੋ। ਔਰ ਇਸੇ ਕਰਕੇ ਅਸੀਂ ਉਹਨਾਂ ਤੋਂ ਡਿਫਰ ਕਰ ਰਹੇ ਹਾਂ ਵੀ ਚਲੋ ਸਾਨੂੰ ਸਿਕਿਉਰਿਟੀ ਨਹੀਂ ਦੇਤੀ, ਕੋਈ ਗੱਲ ਨਹੀਂ, ਕਾਮਰੇਡ ਬਲਵਿੰਦਰ ਸਿੰਘ ਨੂੰ ਸਿਕਿਉਰਿਟੀ ਨਹੀਂ, ਡੇਰਾ ਪ੍ਰੇਮੀਆਂ ਨੂੰ ਸਿਕਿਉਰਿਟੀ ਨਹੀਂ। ਜਿੰਨੇ ਵੀ ਲੋਕ ਮਾਰੇ ਜਾ ਰਹੇ ਹੈ ਉਹਨਾਂ 'ਚ ਤੁਸੀਂ ਕਹਿ ਰਹੇ ਹੋ ਨਿੱਜੀ ਰੰਜਸ, ਡੇਰਾ ਪ੍ਰੇਮੀ ਤੇ ਨਿੱਜੀ ਰੰਜਸ, ਉਹ ਏਜੰਸੀ ਕਹਿ ਰਹੀ ਹੈ ਰੈਡੀਕਲ ਗਰੁੱਪ ਹੈ, ਪੰਜਾਬ ਪੁਲਿਸ ਕਹਿ ਰਹੀ ਹੈ ਨਹੀਂ ਪੈਸੇ ਦਾ ਵਿਵਾਦ ਸੀ। ਕਾਮਰੇਡ ਬਲਵਿੰਦਰ ਸਿੰਘ 100 ਵਾਰ ਅੱਤਵਾਦੀਆਂ ਦੇ ਖਿਲਾਫ ਲੜ ਰਿਹਾ, ਕਹਿੰਦੇ ਨਹੀਂ ਨਿੱਜੀ ਰੰਜਸ ਹੈ। ਤੁਹਾਡੀ SIT ਮੁੱਖ ਆਰੋਪੀ ਨੂੰ ਨਹੀਂ ਪਕੜ ਸਕੀ, ਉਹਨਾਂ ਦੀ SIT ਇਸ ਤੇ ਹਮਲਾ ਕਰਨ ਵਾਲੇ ਮੁੱਖ ਆਰੋਪੀ ਨੂੰ ਨਹੀਂ ਪਕੜੇ। ਤੁਸੀਂ ਕੋਈ ਵੀ ਥਿਊਰੀ ਪੇਸ਼ ਕਰ ਦਿਓ। ਮੇਰੀ ਇਹ ਸਪਸ਼ਟ ਮੰਗ ਹੈ ਕਿ ਮੁੱਖ ਮੰਤਰੀ ਜੀ ਤੁਸੀਂ ਪੂਰੇ ਪੰਜਾਬ ਪੁਲਿਸ ਦੇ ਸਿਸਟਮ ਨੂੰ ਜਿਹੜਾ ਓਵਰਹਾਲ ਕਰੋ। ਇਹ ਨਹੀਂ ਹੋ ਸਕਦਾ ਇੱਕ ਘਰ 'ਚ ਤੁਸੀਂ ਦੋ ਤਾਕਤਾਂ ਦੇਤੀਆਂ, ਮਨਮਾਨੀ ਚੱਲ ਰਹੀ ਹੈ ਪੰਜਾਬ ਦੇ ਅੰਦਰ। ਸਰ, ਇੱਕ ਮਲੇਰਕੋਟਲਾ ਦੇ ਵਿੱਚ ਵੀ ਜਿਹੜਾ ਮਾਮਲਾ ਸਾਹਮਣੇ ਆਇਆ, ਲਗਾਤਾਰ ਮਾਮਲੇ ਦੇਖੇ ਜਾ ਰਹੇ ਨੇ। ਤਾਂ ਇਸ ਲਈ ਕੋਈ ਕਾਨੂੰਨ ਐਕਟ ਇਹੋ ਜਿਹਾ ਬਣ ਜਿਹੜਾ ਕਦਮ ਹੋ ਸਕਦਾ? ਦੇਖੋ ਕਾਨੂੰਨ ਤਾਂ ਬਣਿਆ ਹੋਇਆ ਹੈ, ਕਾਨੂੰਨ ਨੂੰ ਇੰਪਲੀਮੈਂਟ ਕਰਨ ਵਾਲੀ ਏਜੰਸੀ ਕੁੰਭਕਰਨੀ ਨੀਂਦ ਸੋਈ ਹੋਈ ਹੈ। ਡੀਜੀਪੀ ਸਾਹਿਬ ਦੇ ਇੰਟੈਲੀਜੈਂਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ 100 ਗਊਆਂ ਦੀ ਹੱਤਿਆ ਕਰਕੇ ਉਹਦੇ ਨਰ ਕੰਕਾਲ ਬੋਰੀਆਂ 'ਚ ਪਾ ਕੇ ਖੂਹ 'ਚ ਪਾ ਦਿੱਤੇ ਗਏ। ਔਰ ਇਹੀ ਕਾਰਨ ਹੈ ਕਿ ਜੇ ਅਸੀਂ ਅੰਦੋਲਨ ਖੜਾ ਕਰਦੇ ਹਾਂ ਤਾਂ ਸਾਡੇ ਤੇ ਥ੍ਰੈਟ ਦਿੱਤਾ ਜਾਂਦਾ ਵੀ ਤੁਹਾਡੀ ਸਿਕਿਉਰਿਟੀ ਘਟਾ ਦਾਂਗੇ। ਅਸੀਂ ਬੀਬੂ ਜੈਨ ਕਤਲ ਕਾਂਡ ਉਠਾਇਆ ਸੀ, ਉਦੋਂ ਵੀ ਸਾਨੂੰ ਥ੍ਰੈਟ ਸੀਗਾ। ਅਸੀਂ ਹਨੀ ਮਹਾਜਨ ਦੇ ਹਮਲੇ ਦੀ ਗੱਲ ਗੰਭੀਰਤਾ ਨਾਲ ਕੀਤੀ ਕਿ ਡੀਜੀਪੀ ਸਾਹਿਬ ਤੁਸੀਂ ਕਹਿ ਰਹੇ ਸੀ ਇੰਟੈਲੀਜੈਂਸ ਇਨਪੁਟ ਨਹੀਂ ਹੈ ਤੇ ਹਮਲਾ ਕਿਵੇਂ ਹੋ ਗਿਆ। ਕਾਮਰੇਡ ਬਲਵਿੰਦਰ ਸਿੰਘ ਦੀ ਗੱਲ ਅਸੀਂ ਕਰਦੇ ਹਾਂ ਤਾਂ ਪਵਨ ਗੁਪਤਾ ਜਿਹੜਾ ਲਗਾਤਾਰ ਥ੍ਰੈਟ ਤੇ ਰਿਹਾ, ਜਿਹਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਬੁਲਟ ਪ੍ਰੂਫ ਕਾਰ ਦਿੱਤੀ ਰਹੀ, ਜਿਹਦੇ ਪੰਜਾਬ ਤੋਂ ਬਾਹਰ ਜਾਣ ਤੇ ਇਨਫੋਰਮੇਸ਼ਨ ਜਾਂਦੀ ਸੀ ਵੀ ਸਿਕਿਉਰਿਟੀ ਅਰੇਂਜਮੈਂਟ ਕੀਤੀ ਜਾਏ, ਕੇਵਲ ਦਿਨਕਰ ਗੁਪਤਾ ਦੀ ਆਲੋਚਨਾ ਕਰਨ ਕਰਕੇ, ਕ੍ਰਿਟਿਸਾਈਜ਼ ਕਰਨ ਕਰਕੇ ਪਵਨ ਗੁਪਤਾ ਦੀ ਥ੍ਰੈਟ ਪਰਸੈਪਸ਼ਨ ਖਤਮ ਹੋ ਗਈ, ਜ਼ੀਰੋ ਹੋ ਗਈ। ਤੇ ਉਹ ਤਾਂ ਫਿਰ ਜਦੋਂ ਤੁਸੀਂ ਗਲਤ ਨੀਤੀਆਂ ਤੇ ਚੱਲ ਰਹੇ ਹੋ, ਤੁਹਾਨੂੰ ਡੇਰਾ ਪ੍ਰੇਮੀਆਂ ਦੀ ਥ੍ਰੈਟ ਪਤਾ ਨਹੀਂ ਲੱਗ ਰਹੀ, ਤੁਹਾਨੂੰ ਕਾਮਰੇਡ ਬਲਵਿੰਦਰ ਸਿੰਘ ਦੀ ਥ੍ਰੈਟ ਪਤਾ ਨਹੀਂ ਲੱਗ ਰਹੀ, ਤੁਹਾਨੂੰ ਹਨੀ ਮਹਾਜਨ ਤੇ ਹਮਲੇ ਦੀ ਥ੍ਰੈਟ ਪਤਾ ਨਹੀਂ ਲੱਗ ਰਹੀ, ਤਾਂ 100 ਗਊਆਂ ਦੀ ਹੱਤਿਆ ਹੋ ਜਾ ਰਹੀ ਹੈ, ਤੁਹਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ। ਤੁਹਾਨੂੰ ਇਹ ਤਾਂ ਪਤਾ ਲੱਗ ਜਾਂਦਾ ਵੀ ਜਲੂਸ ਨਿਕਲੇਗਾ, DC ਆਫਿਸ ਜਾਏਗਾ, ਕੇਵਲ ਇੰਨੀ ਇਨਫੋਰਮੇਸ਼ਨ ਇੰਟੈਲੀਜੈਂਸ ਦੇ ਰਹੀ ਹੈ। ਸ਼ਿਵ ਸੈਨਾ ਹਿੰਦੁਸਤਾਨ ਨੇ ਪਹਿਲਾਂ ਵੀ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਅਸੀਂ 10 ਤਰੀਕ ਨੂੰ ਪੂਰੇ ਪੰਜਾਬ 'ਚ ਇਕਮੁੱਠ ਹੋ ਕੇ ਪ੍ਰਦਰਸ਼ਨ ਕੀਤਾ ਸੀ ਔਰ ਇਸ ਗੱਲ ਨੂੰ ਸਾਰੇ ਪੰਜਾਬ ਨੇ ਦੇਖਿਆ ਕਿ ਪੰਜਾਬ ਦਾ ਹਿੰਦੂ ਹਰ ਸ਼ਹਿਰ, ਹਰ ਕਸਬੇ, ਹਰ ਤਹਿਸੀਲ 'ਚ ਨਿਕਲਿਆ। ਹੁਣ ਵੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ 302 ਦੀ ਧਾਰਾ ਲਗਾ ਕੇ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਤੇ ਕਾਰਵਾਈ ਹੁੰਦੀ ਹੈ, ਇਸ ਤਰ੍ਹਾਂ ਹੀ ਭਗਵਾਨ ਰਾਮ ਦੇ ਪੁਤਲੇ ਦਹਨ ਦੇ ਉੱਤੇ ਵੀ ਕਾਰਵਾਈ ਕੀਤੀ ਜਾਏ। ਅਸੀਂ ਸਾਰੇ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਹੁਣ ਅਸੀਂ ਦੁਬਾਰਾ ਆਪਣੀ ਰਣਨੀਤੀ ਤੇ ਗੌਰ ਕਰਕੇ, ਜੇ ਮੁੱਖ ਮੰਤਰੀ ਨੇ ਸਮਾਂ ਨਹੀਂ ਦਿੱਤਾ ਤਾਂ ਅਸੀਂ ਅਗਲੇ ਅੰਦੋਲਨ ਦੀ ਰਣਨੀਤੀ ਦੀ ਘੋਸ਼ਣਾ ਕਰਾਂਗੇ। ਸਰ, ਇੱਕ ਪਾਸੇ ਦੇਖਿਆ ਜਾਵੇ ਗਊਆਂ ਦਾ ਦਿਨ ਮਨਾਇਆ ਜਾ ਰਿਹਾ, ਲੋਕ ਪੱਟੇ ਪਾ ਰਹੇ ਗਊਆਂ ਨੂੰ, ਇੱਕ ਪਾਸੇ ਪਰ ਟੈਕਸ ਵੀ ਦਿੰਦੇ ਆ ਗਵਰਨਮੈਂਟ ਨੂੰ, ਫਿਰ ਵੀ ਸਾਨੂੰ ਗਊ ਸੁਰੱਖਿਆ ਨਹੀਂ ਮਿਲਦੀ ਪਈ, ਗਊਆਂ ਰੋਡਾਂ ਤੇ ਜਾ ਰਹੀ ਕਿੰਨਾ। ਬਿਲਕੁਲ, ਦੇਖੋ ਗੱਲ ਇਹ ਹੈ ਵੀ ਜਿਹੜਾ ਗਊ ਸੇਵਾ ਆਯੋਗ ਬਣਿਆ ਹੋਇਆ ਉਹ ਬਿਲਕੁਲ ਚਿੱਟਾ ਹਾਥੀ ਸਾਬਿਤ ਹੋ ਰਿਹਾ। ਸਰਕਾਰ ਜਿਹੜੀ ਹੈਗੀ ਬਿਲਕੁਲ ਅਵੇਸਲੀ ਹੈ, ਚਾਹੇ ਕੋਈ ਹੱਤਿਆ ਹੋ ਜਾਏ, ਚਾਹੇ ਆਤੰਕਵਾਦੀ ਹਮਲਾ ਕਰ ਲੈਣ, ਚਾਹੇ ਗੈਂਗਸਟਰ ਹਮਲਾ ਕਰ ਦੇਣ, ਚਾਹੇ ਗਊਆਂ ਸੜਕ ਤੇ ਰੁਲ ਕੇ ਪੋਲੀਥੀਨ ਖਾ ਕੇ ਮਰ ਜਾਣ, ਟੈਕਸ ਤੁਸੀਂ ਸਾਡੇ ਤੋਂ ਬਰਾਬਰ ਲੈ ਰਹੇ ਹੋ, ਕਈ ਵਸਤਾਂ ਦੇ ਉੱਤੇ ਟੈਕਸ ਲੈ ਰਹੇ ਹੋ, ਪਰ ਸਰਕਾਰ, ਮੁੱਖ ਮੰਤਰੀ ਪੰਜਾਬ ਦੇ ਹਿੰਦੂ ਸੰਗਠਨਾਂ ਨੂੰ ਮਿਲ ਨਹੀਂ ਰਹੇ, ਸਮਾਂ ਨਹੀਂ ਦੇ ਰਹੇ। ਅਸੀਂ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਕਿਹਾ ਜੀ ਸਾਨੂੰ ਸਮਾਂ ਦਿਓ, ਅਸੀਂ ਆਪਣੀਆਂ ਭਾਵਨਾਵਾਂ ਪਹੁੰਚਾਉਣਾ ਚਾਹੁੰਦੇ ਹਾਂ, ਪਰ ਮੁੱਖ ਮੰਤਰੀ ਜੀ ਟਿਕਟੌਕ ਸਟਾਰ ਨੂੰ ਮਿਲਣ ਲਈ ਸਮਾਂ ਦੇ ਸਕਦੇ ਹੈ, ਪਰ ਪੰਜਾਬ ਦੇ 45% ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਉਹਨਾਂ ਕੋਲ ਕੋਈ ਸਮਾਂ ਨਹੀਂ। ਹਾਂਜੀ ਸਰ, ਕੀ ਹੋਇਆ ਜੀ ਤੁਹਾਡੇ ਨਾਲ, ਕੀ ਵਾਕਿਆ ਹੋਇਆ ਜੀ, ਕਿਉਂ ਤੁਹਾਡੀ ਸਿਕਿਉਰਿਟੀ ਵਾਪਸ ਲਿੱਤੀ ਗਈ ਜੀ? ਦੇਖੋ, ਮੇਰੇ ਤੋਂ 2011 ਤੋਂ ਲਗਾਤਾਰ ਮੇਰੀ ਸੁਰੱਖਿਆ ਚੱਲਦੀ ਆ ਰਹੀ ਸੀ ਮੇਰੇ ਨਾਲ। ਜਦੋਂ ਦੇ ਪੰਜਾਬ ਦੇ ਵਿੱਚ DGP ਦਿਨਕਰ ਗੁਪਤਾ ਜੀ ਜਦੋਂ ਦੇ ਲੱਗੇ ਸੀ, ਉਸ ਤੋਂ ਰੋਜ਼ ਹੀ ਇੱਕ ਗਨਮੈਨ ਮੇਰਾ ਵਾਪਸ ਕਰ ਰਹੇ ਸੀ। 3-4 ਗਨਮੈਨਾਂ ਦੇ ਵਿੱਚੋਂ 3 ਗਨਮੈਨ ਵਾਪਸ ਕਰ ਲਏ ਸੀ। ਜਦੋਂ ਮੇਰੇ ਗੋਲੀ ਲੱਗੀ ਆ ਉਹ ਤੋਂ 2 ਮਹੀਨੇ ਪਹਿਲਾਂ ਇੱਕ ਜਿਹੜਾ ਰਹਿੰਦਾ ਸੀ ਉਹ ਵੀ ਵਾਪਸ ਕਰ ਲਿਆ। 10 ਫਰਵਰੀ ਨੂੰ ਮੇਰੇ ਰਾਤ ਗੈਂਗਸਟਰ
ਤੇ ਖਾਲਿਸਤਾਨੀ ਅੱਤਵਾਦੀਆਂ ਨੇ ਮੇਰੇ ਤੇ ਹਮਲਾ ਕੀਤਾ। ਉਸ ਤੋਂ ਬਾਅਦ ਇਸੇ ਪੁਲਿਸ ਨੇ 10 ਤੋਂ 15 ਦਿਨ ਬਾਅਦ ਇੱਕ ਗੱਲ ਦਾ ਖੁਲਾਸਾ ਕੀਤਾ ਕਿ ਹਨੀ ਮਹਾਜਨ ਤੇ ਜਿਹੜਾ ਹਮਲਾ ਹੋਇਆ, ਇਹ ਹਨੀ ਮਹਾਜਨ ਦੇ ਹਮਲੇ ਜਿਹੜੇ ਵਿਦੇਸ਼ਾਂ 'ਚ ਤਾਰ ਜੁੜੇ ਦੇ ਆ। 3,70,000 ਰੁਪਏ ਦੀ ਫੰਡਿੰਗ ਹੋਈ ਆ। ਅਰਬੀ ਘੋੜਾ ਲੜਕਾ ਸੀ ਕੋਈ ਅਜਨਾਲੇ ਤੋਂ, ਉਹਨੂੰ ਵੀ ਗ੍ਰਿਫਤਾਰ ਕੀਤਾ। ਉਸ ਤੋਂ ਲੋਕਡਾਊਨ ਦੇ ਵਿੱਚ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ, ਮੁੜ ਕੇ ਇਹਨਾਂ ਨੇ ਕਹਿਤਾ ਗੈਂਗਸਟਰ ਸੁਖ ਭਿਖਾਰੀਵਾਲ ਨੇ ਹਮਲਾ ਕੀਤਾ, ਇਹ ਕੋਈ ਇਹਦੀ ਨਿੱਜੀ ਰੰਜਿਸ਼ ਆ। ਦੇਖੋ ਉਸ ਤੋਂ ਬਾਅਦ ਅੱਜ ਕਾਮਰੇਡ ਦੀ ਹੱਤਿਆ ਹੋਈ, ਉਹੀ ਸੁਖ ਭਿਖਾਰੀਵਾਲ ਨੇ ਕਰਵਾਈ ਆ। ਅੱਜ ਸੁੱਖਾ ਲੰਮਾ ਨੇ ਹੱਤਿਆ ਕਰਾਈ। ਅਸੀਂ ਬਾਰ-ਬਾਰ ਸਾਡਾ ਪਰਿਵਾਰ ਵੀ ਕਹਿ ਰਿਹਾ, ਸਾਡੇ ਰਾਸ਼ਟਰੀ ਅਧਿਕਸ਼ ਪਵਨ ਗੁਪਤਾ ਜੀ ਵੀ ਕਹਿ ਰਹੇ ਆ ਕਿ ਇਹ ਨਿੱਜੀ ਰੰਜਿਸ਼ ਨਹੀਂ ਹੈ, ਕਿਉਂਕਿ ਮੈਂ ਤਾਂ ਸੁਖ ਭਿਖਾਰੀਵਾਲ ਨੂੰ ਜਾਣਦਾ ਹੀ ਨਹੀਂ। ਮੇਰੇ ਤੇ ਹਮਲਾ ਜਿਹੜਾ ਸਿੱਧਾ ਅਟੈਕ ਜਿਹੜਾ ਖਾਲਿਸਤਾਨ ਅੱਤਵਾਦੀਆਂ ਨੇ ਕਰਾਇਆ, ਕਿਉਂਕਿ ਅੱਜ ਤੋਂ ਪਹਿਲਾਂ ਅਸੀਂ ਕਈ ਦੇਰ ਪਹਿਲਾਂ ਇਹਨਾਂ ਦੇ ਹਮੇਸ਼ਾ ਖਿਲਾਫ ਬੋਲਦੇ ਰਹੇ ਹਾਂ ਖਾਲਿਸਤਾਨ ਅੱਤਵਾਦੀਆਂ ਦੇ, ਪਰ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਜੀ ਨੂੰ ਕੋਈ ਸਮਝ ਨਹੀਂ ਆਈ। ਇਹਨਾਂ ਦਾ ਇੰਟੈਲੀਜੈਂਸ ਜਿਹੜਾ ਵਾ ਉਹ ਬਿਲਕੁਲ ਫੇਲਵਰ ਆ। ਅੱਜ ਵੀ ਸਾਡੀ ਜਿਹੜੀ ਸੁਰੱਖਿਆ ਵਾ, ਅੱਜ ਵੀ ਮੈਨੂੰ ਪ੍ਰੋਪਰ ਸੁਰੱਖਿਆ ਨਹੀਂ ਦਿੱਤੀ ਗਈ ਦੀ। ਮੈਨੂੰ ਇੱਕ ਕੀ ਕਹਿੰਦੇ ਫਾਰਮੈਲਿਟੀ ਪੂਰੀ ਕਰਨ ਲਈ ਸੁਰੱਖਿਆ ਦਿੱਤੀ ਹੈ। ਜਿਹੜੇ ਚਾਪਲੂਸ ਨੇ ਉਹਨਾਂ ਨੂੰ ਸੁਰੱਖਿਆ ਗੱਡੀਆਂ ਦਿੱਤੀਆਂ। ਜਿਹੜੇ ਧਰਮਾਂ ਦੇ ਵਿੱਚ ਸਾਡੇ ਹੀ ਸੰਗਠਨ ਦੇ ਕੁਝ ਸਾਡੇ ਹਿੰਦੂ ਸੰਗਠਨ ਕੁਝ ਲੋਕ ਜਿਹੜੇ ਸੰਗਠਨ ਹਿੰਦੂਤਵ ਦੇ ਵਿੱਚ ਰਹਿ ਕੇ ਜਿਹੜੇ ਆਪਸ 'ਚ ਪਾੜ ਪਵਾਉਂਦੇ ਨੇ, ਉਹਨਾਂ ਨੂੰ ਗੱਡੀਆਂ ਜਿਪਸੀਆਂ ਇਹਨਾਂ ਨੇ ਦਿੱਤੀਆਂ, ਪਰ ਸਾਨੂੰ ਅੱਜ ਤੱਕ ਇਹਨਾਂ ਨੇ ਸੁਰੱਖਿਆ ਤੱਕ ਨਹੀਂ ਦਿੱਤੀ, ਕਿਉਂਕਿ ਇਹਨਾਂ ਨੂੰ ਪਤਾ ਕਿ ਅਸੀਂ ਸਰਕਾਰ ਦੇ ਖਿਲਾਫ ਬੋਲਦੇ ਹਾਂ, ਅਸੀਂ ਪੁਲਿਸ ਦੇ ਖਿਲਾਫ ਬੋਲਦੇ ਹਾਂ, ਪਰ ਫਿਰ ਵੀ ਅਸੀਂ ਸਰਕਾਰ ਕੋ ਤੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ, ਡੀਜੀਪੀ ਸਾਹਿਬ ਜੇ ਹੁਣ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ, ਉਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੋਵੇਗੀ। ਓਕੇ ਜੀ। ਪ੍ਰਮੁੱਖ ਸ਼੍ਰੀ ਪਵਨ ਗੁਪਤਾ ਜੀ ਨੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪੂਰੇ ਜ਼ਿਲ੍ਹਿਆਂ ਦੇ ਅਲੱਗ-ਅਲੱਗ ਪ੍ਰਭਾਰੀ ਲਗਾਏ ਨੇ, ਜਿਸ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਪਟਿਆਲਾ, ਗੁਰਦਾਸਪੁਰ ਤੇ ਬਟਾਲੇ ਦਾ ਪ੍ਰਭਾਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼੍ਰੀ ਦਵਿੰਦਰ ਬਗੜੀਆ ਜੀ ਨੂੰ ਖੰਨਾ, ਫਤਿਹਗੜ੍ਹ ਸਾਹਿਬ ਤੇ ਜਗਰਾਓਂ ਦਾ ਪ੍ਰਭਾਰ ਦਿੱਤਾ ਗਿਆ। ਫਿਰੋਜ਼ਪੁਰ, ਫਰੀਦਕੋਟ, ਅੰਬੋਰ ਤੇ ਫਾਜ਼ਿਲਕਾ ਸ਼੍ਰੀ ਮਨੀ ਸ਼ੀਰਾ ਨੂੰ ਦਿੱਤਾ ਗਿਆ। ਹੁਸ਼ਿਆਰਪੁਰ, ਕਪੂਰਥਲਾ, ਪਠਾਨਕੋਟ ਸ਼੍ਰੀ ਰੋਹਿਤ ਮਹਿੰਗੀ ਜੀ ਨੂੰ ਦਿੱਤਾ ਗਿਆ। ਅੰਮ੍ਰਿਤਸਰ, ਤਰਨਤਾਰਨ, ਜਲੰਧਰ ਸ਼੍ਰੀ ਰਾਮਪਾਲ ਸ਼ਰਮਾ ਜੀ ਪ੍ਰਦੇਸ਼ ਮਹਾਸਚਿਵ ਨੇ ਜਿਹੜੇ। ਮੋਗਾ, ਬਠਿੰਡਾ ਔਰ ਮਾਨਸਾ ਸ਼੍ਰੀ ਚੰਦਰਕਾਂਤ ਚੱਡਾ ਜੀ ਨੂੰ ਜਿਹੜੇ ਪ੍ਰਵਕਤਾ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੇਨਾ ਦੇ ਪੰਜਾਬ ਦੇ ਪ੍ਰਭਾਰੀ ਵੀ ਨੇ। ਸੰਗਰੂਰ, ਬਰਨਾਲਾ ਸ਼੍ਰੀ ਚੰਦਰ ਕਾਲੜਾ ਜੀ ਨੂੰ ਜਿਹੜੇ ਪ੍ਰਦੇਸ਼ ਦੇ ਸੰਗਠਨ ਮੰਤਰੀ ਜੀ। ਲੁਧਿਆਣਾ, ਨਵਾਂ ਸ਼ਹਿਰ, ਰੋਪੜ, ਮੋਰਿੰਡਾ, ਮੁਕਤਸਰ ਸ਼੍ਰੀ ਸੰਜੀਵ ਦੇਵ ਜੀ ਜਿਹੜੇ ਪੰਜਾਬ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਨੇ। ਔਰ ਇਸ ਦੇ ਨਾਲ ਹੀ ਮੈਨੂੰ ਬੜੀ ਖੁਸ਼ੀ ਹੈ ਕਿ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਧਾਨ ਨੇ ਜਿਹੜਾ ਇਹ ਸਾਨੂੰ ਬੀੜਾ ਸੌਂਪਿਆ, ਅਸੀਂ ਵੱਧ ਤੋਂ ਵੱਧ ਇਸ 'ਤੇ ਪਹਿਰਾ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਾਂਗੇ। ਜਿਸ ਤਰ੍ਹਾਂ ਹੁਣ ਤੁਸੀਂ ਪਹਿਲਾਂ ਗੱਲ ਸੁਣੀ, ਹਨੀ ਮਹਾਜਨ ਜੀ ਨੇ ਦੱਸਿਆ ਕਿ ਇਹਨਾਂ ਨੂੰ ਪਹਿਲਾਂ ਹੀ ਖਤਰਾ ਸੀ। ਸਾਡੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਜੀ ਸ਼ੁਰੂ ਤੋਂ ਹੀ ਡੀਜੀਪੀ ਪੰਜਾਬ ਔਰ ਪੰਜਾਬ ਸਰਕਾਰ ਤੋਂ ਜਾਂ ਸਭ ਤੋਂ ਇਹ ਮੰਗ ਕਰਦੇ ਆ ਰਹੇ ਕਿ ਸਾਡੇ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਸੋ ਮੈਨੀ ਆਗੂ, ਜਿਹੜੇ ਵੱਡੇ ਸਿਰ ਆਗੂ ਲੀਡਰ ਹੈ, ਉਹਨਾਂ ਨੂੰ ਥ੍ਰੈਟ ਹੈ, ਉਹਨਾਂ ਨੂੰ ਖਤਰਾ ਹੈ। ਉਹਨਾਂ ਦੇ ਖਤਰੇ ਨੂੰ ਦੇਖਦੇ ਹੋਏ ਉਹਨਾਂ ਦੀ ਸਿਕਿਉਰਿਟੀ ਦਾ ਰਿਵਿਊ ਕੀਤਾ ਜਾਵੇ, ਸਿਕਿਉਰਿਟੀ ਉਹਨਾਂ ਦੀ ਵਧਾਈ ਜਾਵੇ, ਜਿਹਨਾਂ ਨੂੰ ਜ਼ਰੂਰਤ ਉਹਨਾਂ ਨੂੰ ਦਿੱਤੀ ਜਾਵੇ। ਜਿਵੇਂ ਕਿ ਹਨੀ ਮਹਾਜਨ ਜੀ ਬਾਰੇ ਪ੍ਰਧਾਨ ਜੀ ਨੇ ਬੜੇ ਸਖਤ ਲਫ਼ਜ਼ਾਂ 'ਚ ਵੀ ਕਿਹਾ, ਬਹੁਤ ਵਾਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਨਤੀਜਾ ਕੀ ਨਿਕਲਿਆ ਕਿ ਸਿਕਿਉਰਿਟੀ ਤਾਂ ਉਹਨਾਂ ਨੇ ਕੀ ਦੇਣੀ, ਸਿਕਿਉਰਿਟੀ ਉਹਨਾਂ ਦੀ ਵਾਪਸ ਲਿੱਤੀ ਗਈ, ਜਿਸ ਦਾ ਵਿੱਚ ਇਹਨਾਂ ਦੇ ਇੱਕ ਸਾਥੀ ਜਿਹੜੇ ਇਹਨਾਂ ਦੇ ਨਾਲ ਬੈਠੇ ਸੀਗੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਉਹਨਾਂ ਦੀ ਜਾਨ ਚਲੀ ਗਈ। ਔਰ ਹਨੀ ਮਹਾਜਨ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੋਇਆ, 3 ਗੋਲੀਆਂ ਜਿਹਨਾਂ ਦੇ ਲੱਗੀਆਂ, ਉਹ ਪ੍ਰਮਾਤਮਾ ਦੀ ਚਲੋ ਇੱਕ ਮਿਹਰ ਸੀ ਕਿ ਅੱਜ ਆਪਣੇ ਵਿੱਚ ਜਿੰਦਾ ਬੈਠੇ ਨੇ। ਅਗਰ ਉਸ ਟਾਈਮ ਕੁਝ ਵੀ ਅਨਹੋਣੀ ਹੋ ਜਾਂਦੀ ਤੇ ਅੱਜ ਇਹ ਸਾਡੇ ਵਿੱਚ ਨਾ ਮੌਜੂਦ ਹੁੰਦੇ। ਇਸ ਤਰ੍ਹਾਂ ਹੀ ਜਿਹੜੀ ਰਾਜਨੀਤਿਕ ਰੰਜਿਸ਼ ਕੱਢ ਕਰਦੇ ਹੋਏ ਜਿਹੜੀ ਡਿਮਾਂਡ ਅਸੀਂ ਮੰਗਦੇ ਹਾਂ, ਉਸ ਦੇ ਨਾਲ ਹੀ ਜਦੋਂ ਪ੍ਰਧਾਨ ਜੀ ਨੇ ਇਸ ਦੀ ਆਵਾਜ਼ ਚੱਕੀ, ਮੁਖਰ ਹੋ ਕੇ ਪ੍ਰਧਾਨ ਜੀ ਨੇ ਕਿਹਾ ਕਿ ਸਾਡੇ ਹਨੀ ਮਹਾਜਨ 'ਤੇ ਜਿਹੜਾ ਹਮਲਾ ਹੋਇਆ ਉਸ ਦੇ ਪਿੱਛੇ ਪ੍ਰਸ਼ਾਸਨ ਦੀ ਨਲਾਇਕੀ ਹੈ ਔਰ ਇੰਟੈਲੀਜੈਂਸ ਦੀ ਫੇਲਿਊਰ ਹੈ। ਉਹੀ ਰੰਜਿਸ਼ ਨੂੰ ਦੇਖਦੇ ਹੋਏ, ਉਸੇ ਚੀਜ਼ ਨੂੰ ਦੇਖਦੇ ਹੋਏ ਸਾਡੇ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਮੁੱਖ ਜਿਹੜੇ ਬਹੁਤ ਹੀ ਪਿੱਛੇ 30 ਸਾਲਾਂ ਤੋਂ ਲਗਾਤਾਰ ਸਿਕਿਉਰਿਟੀ ਦੇ ਵਿੱਚ ਚੱਲਦੇ ਆ ਰਹੇ ਨੇ, ਜਿਨ੍ਹਾਂ ਨੇ ਅੱਤਵਾਦ ਦੇ ਖਿਲਾਫ, ਵੱਖਵਾਦ ਦੇ ਖਿਲਾਫ ਜਿਹੜੀ ਭਰਪੂਰ ਤਕੜੇ ਹੋ ਕੇ ਲੜਾਈ ਲੜੀ ਹੈ, ਉਹਨਾਂ ਨੂੰ ਵੀ ਇਸ ਦਾ ਨਿਸ਼ਾਨਾ ਟਾਰਗੇਟ ਬਣਾਉਂਦੇ ਹੋਏ ਉਹਨਾਂ ਦੀ ਬੁਲਟ ਪ੍ਰੂਫ ਕਾਰ ਔਰ ਜਿਪਸੀ ਸਕਾਊਟ ਪਾਇਲਟ ਜਿੰਨੇ ਵੀ ਗਨਮੈਨ ਸੀ ਉਹ ਵਾਪਸ ਲੈ ਲਿੱਤੇ ਗਏ। 98% ਸਿਕਿਉਰਿਟੀ ਇਹਨਾਂ ਦੀ ਵਾਪਸ ਕੀਤੀ ਗਈ। ਉਸ ਦੇ ਵਿੱਚ ਮੇਰੇ ਕੋਲ ਵੀ ਸਿਕਿਉਰਿਟੀ ਜਿਪਸੀ ਸੀ, ਮੇਰੇ ਕੋਲ ਵੀ 6, 7, 8 ਗਨਮੈਨ ਸੀ, ਉਹ ਵੀ ਕਿਸੇ ਨਾ ਕਿਸੇ ਤਰੀਕੇ ਉਹ ਵੀ ਉਹਨਾਂ ਨੇ ਵਾਪਸ ਲੈ ਲਿੱਤੇ ਗਏ। ਸਾਡੇ ਪਾਰਟੀ ਦੇ ਜਿਹੜੇ ਹੋਰ ਆਗੂ ਹੈ ਜਿਨ੍ਹਾਂ ਨੂੰ ਪੂਰਾ ਖਤਰਾ। Subscribe to our YouTube channel News DNN by clicking the bell icon. Don't forget to like, comment and share.